ਵਾਹਿਗੁਰੂ। ਸ੍ਰੀ ਵਾਹਿਗੁਰੂ ਜੀ। ਦੋਜਕ ਦੀ ਆਗ ਪਰੈ ਜੇ ਅਸੀਂ ਹੱਲਾ ਕਰੈ, ਗਊ ਕੋ ਕਤਲ ਦੋਸ਼ ਲਾਗੇ ਸਭ ਆਇਆ। ਸਤਿਗੁਰ ਝੂਠੇ ਜਾਣ ਕੀ ਇਤਬਾਰ ਨਾਹੀ, ਤੁਰਕ ਪਹਾੜੀ ਦੀਨ ਧਰਮ ਨਾ ਕਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਜੁਗੋ ਜੁਗ ਅਟਲ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਧ ਸੰਗਤ ਜੀ, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਸਤਿਗੁਰਾਂ ਦੇ ਪਰਉਪਕਾਰਾਂ ਨੂੰ, ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੇ ਮਹਾਨ ਚੋਜ ਕੌਤਕਾਂ ਦੀ ਵਿਚਾਰ ਸਾਂਝੇ ਕਰ ਰਹੇ ਹਾਂ, ਜੋ ਗਰੀਬ ਨਵਾਜ ਸਾਹਿਬ ਜੀ ਨੇ ਸਾਡੇ ਸੰਸਾਰੀ ਜੀਵਾਂ ਦੇ ਉੱਤੇ ਮਹਾਨ ਪਰਉਪਕਾਰ ਕੀਤੇ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਖਸ਼ਿਸ਼ਾਂ ਵਰਤਾ ਰਹੇ ਹਨ। ਔਰ ਜੋ ਆਪਾਂ ਪਿੱਛੇ ਇਤਿਹਾਸ ਸਰਵਣ ਕੀਤਾ ਹੈ ਕਿ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣਾ 22 ਧਾਰ ਦੇ ਰਾਜਿਆਂ ਨੇ, ਔਰ ਇਸੇ ਤਰ੍ਹਾਂ ਸਰਹੰਦ ਦਾ ਸੂਬਾ ਵਜ਼ੀਰ ਖਾਂ, ਲਾਹੌਰ ਦਾ ਸੂਬਾ ਤੇ ਔਰੰਗਜ਼ੇਬ ਦੀ ਭੇਜੀ ਹੋਈ ਫੌਜ, ਜੋ ਦਿੱਲੀ ਤੋਂ ਵੱਡੀ ਗਿਣਤੀ ਵਿੱਚ ਫੌਜ ਚੜ੍ਹ ਕੇ ਆਈ। 2.5 ਕੋ 4 ਛਫੇਰੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ। 8 ਮਹੀਨੇ ਤੱਕ ਇਹ ਘੇਰਾ ਪਿਆ ਰਿਹਾ। ਇਹਨਾਂ 8 ਮਹੀਨਿਆਂ ਦੇ ਵਿੱਚ ਕਈ ਸਿੰਘ ਵੀ ਸ਼ਹੀਦ ਹੋਏ। 22 ਧਾਰ ਦੇ ਰਾਜਿਆਂ ਦੀ ਫੌਜ ਦੇ ਸਿਪਾਹੀ ਵੀ ਕਈ ਮਾਰੇ ਗਏ। ਔਰੰਗਜ਼ੇਬ ਦੀ ਜਿਹੜੀ ਭੇਜੀ ਹੋਈ ਦਿੱਲੀਓਂ ਫੌਜ ਸੀ, ਉਹ ਵੀ ਬਹੁਤੀ ਫੌਜ ਮਾਰੀ ਗਈ। ਸ਼ਾਹੀ ਬਹੁ ਫੌਜ ਮਰੀ, ਔਰੰਗੇ ਨੂੰ ਚਿੰਤ ਪਰੀ। ਸਤਿਗੁਰ ਅਜੀਤ ਮਨ ਜਾਣ ਸ਼ਰਮਾਇਆ। ਫਿਰ ਉਹਨਾਂ ਨੇ ਕਸਮਾਂ ਖਾਧੀਆਂ, ਸੈयद ਕੁਰਾਨ ਸੀਸ ਅੱਲਾ ਕੀ ਸੁਗੰਧ ਖਾਏ, ਪਕੰਬਰ ਕੀ ਆਣ ਮੇਂ ਧੋਖਾ ਨਾ ਕਮਾਇਆ। 22 ਧਾਰ ਦੇ ਰਾਜਿਆਂ ਨੇ ਆਟੇ ਦੀ ਗਾਂ ਬਣਾ ਕੇ ਅੰਦਰ ਭੇਜੀ। ਔਰੰਗਜ਼ੇਬ ਨੇ ਕਸਮਾਂ ਖਾਧੀਆਂ ਕੁਰਾਨ ਦੀਆਂ ਕਿ ਸਤਿਗੁਰੂ ਜੀ ਤੁਸੀਂ ਮੈਨੂੰ ਇੱਧਰਲੇ ਇਲਾਕੇ ਵਿੱਚ ਆ ਕਰਕੇ ਮਿਲੋ, ਇਹ ਮੇਰੀ ਫੌਜ ਤੁਹਾਡੇ ਤੇ ਹਮਲਾ ਨਹੀਂ ਕਰੇਗੀ। 22 ਧਾਰ ਦੇ ਰਾਜਿਆਂ ਨੇ ਆਖਿਆ ਕਿ ਤੁਸੀਂ ਆਨੰਦਗੜ੍ਹ ਦਾ ਕਿਲ੍ਹਾ ਅਨੰਦਪੁਰ ਸਾਹਿਬ ਛੱਡ ਦਿਓ ਤੇ ਅਸੀਂ ਬਾਦਸ਼ਾਹ ਨੂੰ ਇੱਕ ਵਾਰੀ ਮੂੰਹ ਵਿਖਾਉਣ ਵਾਲੇ ਹੋ ਜਾਈਏ ਕਿ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਨੰਦਪੁਰ ਸਾਹਿਬ ਖਾਲੀ ਕਰਵਾ ਲਿਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਦੋਂ ਇਹਨਾਂ ਦੀਆਂ ਕਸਮਾਂ ਵੇਖੀਆਂ, ਪੜ੍ਹੀਆਂ, ਤੇ ਖਾਲਸਾ ਬੇਨਤੀ ਕਰਨ ਲੱਗਾ ਸਿੰਘ ਕਿ ਮਹਾਰਾਜ ਹੁਣ ਤੇ ਕਸਮਾਂ ਖਾਂਦੇ ਆ ਤੇ ਅਸੀਂ 8 ਮਹੀਨਿਆਂ ਦੇ ਇੱਥੇ ਘਿਰੇ ਹੋਏ ਹਾਂ। ਰਾਸ਼ਨ ਪਾਣੀ ਵੀ ਮੁੱਕ ਚੁੱਕਾ ਸੀ, ਭੁੱਖ ਦਾ ਬਹੁਤ ਦੁੱਖ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅੰਦਰ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਵਿਛੋੜੇ ਦਾ ਵੀ ਦੁੱਖ ਆਖਿਆ ਹੈ ਤੇ ਭੁੱਖ ਦਾ ਵੀ ਦੁੱਖ ਹੁੰਦਾ ਹੈ ਬਹੁਤ ਵੱਡਾ। ਘੇਰਾ ਪੈ ਜਾਣਾ 4 ਛਪੇਰਿਓ, ਇੰਨੇ ਮਹੀਨੇ ਤੱਕ ਰਾਸ਼ਨ ਪਾਣੀ ਖਤਮ ਹੋ ਜਾਣਾ, ਭੁੱਖ ਦਾ ਵੀ ਦੁੱਖ ਹੈ। ਜਦੋਂ ਇਹਨਾਂ ਨੇ ਕਸਮਾਂ ਖਾਧੀਆਂ, ਮਹਾਰਾਜ ਕਹਿਣ ਲੱਗੇ ਵੀ ਇਹ ਝੂਠੇ ਲੋਕ ਹਨ,
उन्हां कसमां खाण वालियां नूं, औरंगजेब नूं ते 22 धार दे राजिਆਂ ਨੂੰ महाराज ਕਹਿੰਦੇ भी ये झूठे लोग आ, इन्हां दीयां कस्मां दे उत्ते इतबार नहीं करना चाहिए। महाराज कहते परख के विखा दिंदे आ। इत्थों अगे आपां लड़ीवार इतिहास सरवण करते हाँ। सतनाम श्री वाहेगुरु साहिब जी। दोजक दी आग परै जे असीं हल्ला करै, गऊ को कतल दोष लागे साबे आया। 22 धार दे राजे कहंदे भी असीं दोजक दी अग विच पईए जे असीं तुहाडे ते हल्ला करीए, सानू गां कतल करन दा दोष लगे, असीं नरकां दी अग विच पै के सड़ीए। असीं कसम खाने आ भी तुहाडे ते हमला नहीं करांगे। तुसीं ये आनंदपुर साहिब छड्ड दिओ, आनंदगढ़ दा किला खाली कर दिओ। सतगुर झूठे जान किया इतबार नाही, तुरक पहाड़ी दीन धर्म ना काया। महाराज ने इन्हां नूं झूठे जान के इन्हां ते इतबार नहीं कीता, क्योंकि सतगुरु अंतरजामी महाराज हरेक हिरदे दी जाणदे। गरीब नवाज कहंदे तुरक ये मुसलमान, ये तुरक ते पहाड़ी राजे, इन्हां दा कोई दीन धर्म नहीं है। उंज श्री गुरु गोबिंद सिंह महाराज सच्चे पातशाह किसी धर्म दे नाल वितकरा नहीं करते, ते श्री गुरु गोबिंद सिंह महाराज जी दे कई मुसलमान भी श्रद्धालु होए हैं। उन्हां विच पीर भीखण शाह, पीर बुद्धू शाह, इसे तरह होर भी कई मुसलमान पीर महाराज दे श्रद्धालु होए, कई हिंदू भी श्रद्धालु होए, जिन्हां दा जिक्र अगे इतिहास विच आवेगा। इन्हां दिनां दे इतिहास विच तो सतगुरु सच्चे पातशाह महाराज उन्हां वास्ते कहिंदे आ जिन्हां ने कसमां खाधियां सी, जिन्हां ने घेरा पाया। महाराज कहिंदे भी इन्हां दे उत्ते असीं तां इतबार नहीं करदे हाँ। ये तुरक भी ते पहाड़िए भी झूठे आ। खालसे नूं धीर दे कूड़ा गुदड़ गौण भरी, कायरां दी सौं झूठी करके दिखाया। खालसे नूं धीरज दित्ती महाराज ने, कहण लगे जे तुसीं इन्हां नूं परखना चाहुंदे हो ते लो। गड्डियां दे उत्ते कूड़ा करकट वो लद दिता, घोड़ियां दी लिद, इसे तरह टुट्टियां काठियां, जोड़े ते होर फटे पुराने वस्त्र, टुट्टियां फुट्टियां चीज़ां वस्तुआं जिहड़ियां वो लद के ते उत्ते कपड़े पा के बड़े सोहणे ते उत्तों रस्सियां दे नाल चंगी तरह बन्न दिता ते रात नूं गड्डे तोड़ दिते। वो बलदां दे सिंगां दे नाल मिसालां जिहड़ियां सन रात नूं चानण करन वालियां वो अगे जूलियां दे नाल बन्न दित्तियां। जदों गड्डे तोरे ते उत्थों गड्डे आनंदपुर साहिब तो निकले, जदों उत्थे पास गए इन्हां दे ते इन्हां ने हमला कर दिता भी लुट लो जी, फड़ लो जी, गुरु गोबिंद सिंह जी दा खजाना आ गया। वो मुसलमान सिपाही फड़ के वो भी एक पासे नूं लै गए, ये हिंदू राजे जिहड़े सी इन्हां दे भी सिपाही फड़ के वो गड्डे एक बन्ने नूं लै गए भी माल गुरु गोबिंद सिंह जी दा लुट लो, खजाना जा रहा गुरु गोबिंद सिंह जी दा। जदों जाके वो रस्से खोल के विचों कपड़े ला के उत्तों चमकण वाले कपड़े ला के वेख्या विचों ते विचों टुटे फुटे जोड़े निकले ते विचों घोड़ियां दी लिद निकली। कायरां दी सौं झूठी करके दिखाया। इन्हां कायरां दी, क्योंकि मैदानी जंग करके गुरु गोबिंद सिंह जी नूं जित नहीं सके, 8 महीने घेरा पा के महाराज साहब जी नूं गिरफ्तार नहीं कर सके, जित नहीं सके, ते फिर कसमां खान लग पे झूठियां। इस करके कायर डरपोक बुजदल कायरां दी सौं झूठी करके दिखाया। 8 माह सिंह भुखे लड़े जाना तोड़ तोड़। 8 महीनों तक
ਰਸਨ ਪਾਣੀ ਮੁੱਕ ਗਿਆ ਤੇ ਥੋੜਾ ਬਹੁਤਾ ਖਾਣ ਵਾਸਤੇ ਕੋਈ। ਕਈਆਂ ਇਤਿਹਾਸਕਾਰਾਂ ਨੇ ਲਿਖਿਆ ਇਹਨਾਂ ਦਿਨਾਂ ਵਿੱਚ ਦਰਖਤਾਂ ਦੇ ਪੱਤੇ ਤੱਕ ਖਾਧੇ ਸਿੰਘਾਂ ਨੇ, ਸੱਕ ਲਾ ਲਾ ਕੇ ਵੀ ਖਾਣੇ ਪਏ। 8 ਮਹੀਨੇ ਤੱਕ ਭੁੱਖੇ ਜਾਨਾਂ ਤੋੜ ਤੋੜ ਕੇ ਲੜੇ ਸਿੰਘ, ਜੂਝ ਕੇ ਲੜੇ। ਪੂਜਾ ਧਾਨ ਜ਼ਹਿਰ ਨਾ ਗੁਰਾਂ ਨੇ ਖਵਾਇਆ, ਪੂਜਾ ਦਾ ਧਾਨ ਜ਼ਹਿਰ ਉਹ ਸਤਿਗੁਰਾਂ ਨੇ ਮਾਇਆ ਜਿਹੜੀ ਹੈ ਉਹ ਖਾਲਸੇ ਨੂੰ ਨਹੀਂ ਖਵਾਈ ਹੈ। ਸਤਲੁਜੋਂ ਨਾਲ ਆਂਦਾ ਸਿੰਘ ਜਲ ਪਾਨ ਕਰੈ, ਸਤਲੁਜੋਂ ਨਾਲ ਆਂਦਾ ਸਿੰਘ ਜਲ ਪਾਨ ਕਰੈ, ਦ੍ਰਿੜ ਭਰੋਸਾ ਸੀਸ ਭੇਟਾ ਗੁਰ ਕੀਨ ਹੈ। ਮਹਾਰਾਜ ਸਾਹਿਬ ਜੀ ਨੇ ਬੌਲੀ ਬਣਾਈ, ਹੇਠਿਓਂ ਨਾਲਾ ਵੀ ਲਿਆਂਦਾ, ਜਿਸ ਕਰਕੇ ਜਲ ਉੱਥੋਂ ਸਿੰਘ ਵਰਤਦੇ ਸਨ। ਤੇ ਦ੍ਰਿੜ ਭਰੋਸਾ ਗੁਰੂ ਸਾਹਿਬ ਤੇ ਆਪਣੇ ਸੀਸ ਭੇਟਾ ਕੀਤੇ ਹੋਏ ਮਹਾਰਾਜ ਸਾਹਿਬ ਜੀ ਨੂੰ। ਰਾਜਿਆਂ ਵਕੀਲ ਆਵੇ ਸਹੁੰ ਬਾਈ ਧਾਰ ਖਾਵੇ, ਔਰੰਗਾ ਤੀਨ ਵੇਰ ਸਹੁੰ ਕੁਰਾਨ ਕਰ ਲੀਨ ਹੈ। ਕਹਿੰਦੇ ਰਾਜਿਆਂ ਦੇ ਵਕੀਲ ਆਉਂਦੇ ਆ, 22 ਧਾਰ ਦੇ ਰਾਜੇ ਸਹੁੰਆਂ ਖਾਂਦੇ ਆ ਕਿ ਮਹਾਰਾਜ ਆਨੰਦਪੁਰ ਸਾਹਿਬ ਛੱਡ ਦਿਓ ਇੱਕ ਵਾਰੀ, ਫੇਰ ਆ ਜਾਇਓ। ਔਰੰਗਜ਼ੇਬ ਨੇ ਵੀ ਕਹਿੰਦੇ ਵੀ 3 ਵਾਰੀ ਕੁਰਾਨ ਦੀ ਕਸਮ ਖਾਧੀ। ਸਤਿਗੁਰ ਨਾ ਮਾਨੈ ਕਦੇ ਅਭੁੱਲ ਕਰਤਾਰ ਗੁਰੂ, ਖਾਲਸਾ ਤੇ ਮਾਤ ਮੰਨੇ ਸੁਗੰਧ ਕੋ ਚੀਨ ਹੈ। ਸਤਿਗੁਰੂ ਤੇ ਅਭੁੱਲ ਕਰਤਾਰ, ਕਰਤਾਰ ਦਾ ਸਰੂਪ ਆ ਸਤਿਗੁਰੂ, ਤੇ ਮਹਾਰਾਜ ਮੰਨਦੇ ਨਹੀਂ ਆਨੰਦਪੁਰ ਸਾਹਿਬ ਛੱਡਣਾ। ਗਰੀਬ ਨਵਾਜ਼ ਜਾਣਦੇ ਵੀ ਇਹ ਝੂਠੇ ਲੋਕ, ਇਹਨਾਂ ਦੀਆਂ ਕੁਰਾਨ ਦੀਆਂ ਖਾਧੀਆਂ, ਇਹਨਾਂ ਦੀਆਂ ਗਊ ਦੀਆਂ ਖਾਧੀਆਂ ਕਸਮਾਂ ਝੂਠੀਆਂ ਹਨ। 22 ਧਾਰ ਦੇ ਰਾਜਿਆਂ ਨੇ ਗਊ ਦੀ ਕਸਮ ਖਾਧੀ, ਉਹਨਾਂ ਨੇ ਔਰੰਗਜ਼ੇਬ ਨੇ ਕੁਰਾਨ ਦੀ ਕਸਮ ਖਾਧੀ, ਪਰ ਇਹ ਝੂਠੇ ਆ। ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆ ਆਪਣਾ ਭੁੱਲੇ, ਭੁੱਲਣੇ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਕਰਤਾਰ ਭੁੱਲ ਨਹੀਂ ਸਕਦਾ ਕਦੀ। ਖਾਲਸੇ ਤੇ ਮਾਤ ਮੰਨੇ ਸੁਗੰਧ ਕੋ ਚੀਨ ਹੈ। ਮਾਤਾ ਗੁਜਰੀ ਜੀ, ਗੁਰੂ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ ਜੀ ਤੇ ਖਾਲਸਾ ਮੰਨ ਗਏ ਵੀ ਆਨੰਦਪੁਰ ਸਾਹਿਬ ਛੱਡ ਦਈਏ। ਤੇ ਖਾਲਸੇ ਨੇ ਮਾਤਾ ਜੀ ਨੂੰ ਵੀ ਬੇਨਤੀ ਕੀਤੀ ਕਿ ਮਾਤਾ ਜੀ ਤੁਸੀਂ ਸਤਿਗੁਰਾਂ ਨੂੰ ਵੀ ਮਨਾਓ ਵੀ ਆਪਾਂ ਆਨੰਦਪੁਰ ਸਾਹਿਬ ਛੱਡ ਦਈਏ, ਹੁਣ ਆਨੰਦਗੜ੍ਹ ਦਾ ਕਿਲ੍ਹਾ ਛੱਡ ਦਈਏ। ਪਰ ਗਰੀਬ ਨਵਾਜ਼ ਸਾਹਿਬ ਕਹਿਣ ਲੱਗੇ ਵੀ ਨਹੀਂ, ਕਿਲ੍ਹਾ ਨਹੀਂ ਛੱਡਣਾ, ਆਨੰਦਪੁਰ ਸਾਹਿਬ ਨਹੀਂ ਛੱਡਣਾ। ਮਾਤਾ ਕਾਲੀ ਚੀਤ ਭਈ ਖਾਲਸੇ ਤਿਆਰੀ ਕਈ। ਉਸ ਵੇਲੇ ਖਾਲਸੇ ਨੇ ਬਹੁਤੀਆਂ ਬੇਨਤੀਆਂ ਕੀਤੀਆਂ ਮਾਤਾ ਜੀ ਨੂੰ, ਤੇ ਮਾਤਾ ਜੀ ਫਿਰ ਕਾਲੇ ਪਏ। ਸਤਿਗੁਰਾਂ ਨੂੰ ਆਖਿਆ ਵੀ ਨਹੀਂ, ਸਿੰਘ ਵੀ ਕਹਿੰਦੇ ਆ ਤੇ ਹੁਣ ਕਸਮਾਂ ਖਾ ਰਹੇ ਤੇ ਆਪਾਂ ਨੂੰ ਇਹ ਕਿਲ੍ਹਾ ਛੱਡ ਦੇਣਾ ਚਾਹੀਦਾ। ਸਤਿਗੁਰ ਕਹਾ 8 ਦਿਨ ਤਾਂ ਰਹਾਈ ਐ। ਸਤਿਗੁਰੂ ਕਹਿਣ ਲੱਗੇ ਵੀ ਬਚਨ ਮੰਨੋ ਸਿੰਘੋ, ਜਿੱਥੇ 8 ਮਹੀਨਿਆਂ ਦੇ ਠਹਿਰੇ ਹੋਏ ਹੋ ਨਾ, ਜੰਗ ਕਰਦੇ ਹੋ, ਤੇ 8 ਦਿਨ ਹੋਰ ਰੁਕ ਜਾਓ ਤੇ ਜਿੱਤ ਤੁਹਾਡੀ ਹੈ। ਸਤਿਗੁਰੂ ਕਹਿਣ ਲੱਗੇ ਵੀ 8 ਦਿਨ ਹੋਰ ਠਹਿਰ ਜਾਓ। ਸਿੰਘਾ ਨਾਹਾ ਨਾਹਾ ਕਰੀ ਗੁਰਮੁਖੋਂ ਵਾਕ ਕਹੇ। ਸਿੰਘਾਂ ਨੇ ਆਖਿਆ ਮਾਰੇ ਹੁਣ 8 ਦਿਨ ਵੀ ਨਹੀਂ ਖਲੋਤਾ ਜਾਂਦਾ, ਹੁਣ ਇਹ ਕਸਮਾਂ ਖਾ ਰਹੇ ਆ ਤੇ ਸਾਨੂੰ ਛੱਡ ਦੇਣਾ ਚਾਹੀਦਾ, ਭੁੱਖਣ ਭਾਣੇ ਬੈਠੇ ਹਾਂ। ਸਿੰਘਾਂ ਨੇ ਨਾ ਕੀਤੀ ਤੇ ਗੁਰੂ ਸਾਹਿਬ ਜੀ ਨੇ ਫਿਰ ਮੁਖ ਤੋਂ ਬਚਨ ਕਹੇ। ਬਚਨ ਉਹ ਕਹੇ ਵੀ ਜੋ ਸਾਹਮਣੇ ਦਿਸ ਰਿਹਾ ਸੀ ਅੰਤਰਜਾਮੀ ਸਤਿਗੁਰੂ ਜੀ ਨੂੰ, ਜਿਹੜਾ ਆਉਣ ਵਾਲਾ ਸਮਾਂ ਸੀ। ਮਹਾਰਾਜ ਨੂੰ 3 ਕਾਲ ਦੀ ਗਿਆਤ ਹੈ, ਸਤਿਗੁਰੂ ਸਭ ਕੁਝ ਜਾਣਦੇ ਆ। ਗਰੀਬ ਨਵਾਜ਼ ਸਾਹਿਬ ਜੀ ਕਹਿਣ ਲੱਗੇ ਜੀਵਤ ਨਾ ਕੋਈ ਬਚੇ ਆਨੰਦਪੁਰੋਂ ਜਾਈਐ। ਮਹਾਰਾਜ ਕਹਿੰਦੇ ਤੁਸੀਂ ਛੱਡਣਾ ਤਾਂ ਚਾਹੁੰਦੇ ਹੋ ਕਿਲ੍ਹਾ, ਪਰ ਇੱਥੇ ਹੁਣ ਸ਼ਹੀਦੀਆਂ ਪਾਉਣੀਆਂ ਪੈਣਗੀਆਂ, ਫਿਰ ਜਿਉਂਦਾ ਨਹੀਂ ਕੋਈ ਬਚੇਗਾ। ਬਚਨ ਜੇ ਮੰਨੋ ਰਾਜ ਹਫਤੇ ਦੇ ਵਿੱਚ ਪਾਏ। ਜੇ ਬਚਨ ਮੰਨ ਲਓ
8 दिन होर ठਹਿਰ ਜਾਓ ਜਿੱਥੇ 8 ਮਹੀਨਿਆਂ ਦੇ ਖਲੋਤੇ ਹੋ ਤੇ ਹਫਤੇ ਦੇ ਵਿੱਚ ਰਾਜ ਪਾ ਲਓਗੇ ਤੁਸੀਂ। ਮਹਾਰਾਜ ਕਹਿਣ ਲੱਗੇ ਵੀ ਇਹ ਬਾਹਰ ਸੌਖੇ ਨਹੀਂ ਬੈਠੇ ਹੋਏ, ਜੇ ਅਸੀਂ ਅੰਦਰ ਇੱਥੇ ਘਿਰੇ ਬੈਠੇ ਆ ਤੇ ਇਹ ਵੀ ਤੰਗ ਆਏ ਬੈਠੇ 8 ਮਹੀਨਿਆਂ ਦੇ ਬਾਹਰ। ਬਹੁਤੀ ਫੌਜ ਉਹਨਾਂ ਦੀ ਵੀ ਮਾਰੀ ਗਈ ਸੀ, ਬਹੁਤਾ ਖਰਚਾ ਹੋ ਰਿਹਾ ਸੀ ਉਹਨਾਂ ਦਾ ਵੀ। ਗਰੀਬ ਨਵਾਜ ਕਹਿੰਦੇ ਵੀ ਜੇ ਬਚਨ ਮੰਨੋ ਤੇ ਹਫਤੇ ਦੇ ਵਿੱਚ ਰਾਜ ਤੁਸੀਂ ਪਾ ਸਕਦੇ ਹੋ। ਤੁਰਕ ਪਹਾੜੀ ਜਾਵੇ ਸੁਖ ਤੁਸੀਂ ਪਾਈ ਹੈ। ਤੁਰਕਾਂ ਨੇ ਵਾਪਸ ਮੁੜ ਜਾਣਾ, ਪਹਾੜੀਆਂ ਨੇ ਚਲੇ ਜਾਣਾ ਪਿਛਾਂ, ਤੇ ਤੁਸੀਂ ਸੁਖ ਦੇ ਨਾਲ ਰਹੋ, ਤੁਹਾਡਾ ਰਾਜ ਭਾਗ ਅਟਲ ਹੈ। ਇੰਨੇ ਬਚਨ ਕਹੇ ਗੁਰੂ ਮੋਹਣ ਤਬ ਧਾਰ ਲਈ। ਇੰਨੇ ਬਚਨ ਕਹਿ ਕੇ ਫਿਰ ਮਹਾਰਾਜ ਚੁੱਪ ਕਰ ਗਏ ਵੀ ਸਿੰਘੋ ਹੁਣ ਤੁਹਾਡੀ ਮਰਜ਼ੀ, ਜਿਵੇਂ ਤੁਸੀਂ ਚਾਹੁੰਦੇ ਹੋ। 40 ਤਾਂ ਅਡੋਲ ਬਾਕੀ ਡੋਲੇ ਸਮੁਦਾਈ ਹੈ। ਤਾਂ ਉਸ ਵੇਲੇ ਫਿਰ ਬਹੁਤੀ ਗਿਣਤੀ ਦੇ ਵਿੱਚ ਡਾਵਾਂ-ਡੋਲ ਕੁਝ ਸਿੰਘ ਹੋ ਗਏ। ਕੁਝ ਅਡੋਲ ਵਾ ਮਹਾਰਾਜ ਸਾਹਿਬ ਰਹਿਣ ਵਾਸਤੇ ਨਾਲ, ਤੇ ਕੁਝ ਡੋਲ ਗਏ। ਭਾਣੇ ਦੇ ਮਾਲਕ ਗੁਰੂ ਭੁਲਾਏ ਨਹਿ ਕੋਈ ਸਕੈ। ਮਹਾਰਾਜ ਆਪਣੇ ਭਾਣੇ ਦੇ ਮਾਲਕ ਆ, ਗੁਰੂ ਸਾਹਿਬ ਜੀ ਨੂੰ ਕੋਈ ਭੁਲਾ ਨਹੀਂ ਸਕਦਾ। ਤੁਰਕ ਪਹਾੜੀ ਹਾਰੇ ਜਿੱਤੇ ਨਹਿ ਜਾਇਆ। ਤੁਰਕ ਤੇ ਪਹਾੜੀ ਹਾਰੇ ਆ। ਹਾਰ ਤੁਰਕਾਂ ਦੀ ਹੋਈ ਆ, ਹਾਰ ਪਹਾੜੀ ਰਾਜਿਆਂ ਦੀ ਹੋਈ ਆ, ਜਿਨ੍ਹਾਂ ਨੇ ਝੂਠੀਆਂ ਕਸਮਾਂ ਖਾਧੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੋਈ ਜਿੱਤ ਨਹੀਂ ਸਕਿਆ। ਜਿੱਤ ਗੁਰੂ ਗੋਬਿੰਦ ਸਿੰਘ ਜੀ ਦੀ ਆ। ਰੱਖਿਆ ਆਨੰਦਪੁਰ ਆਕੀ ਹੈ ਅਜੀਤ ਗੁਰੂ। ਕਿਉਂਕਿ ਆਨੰਦਪੁਰ ਸਾਹਿਬ ਰਹਿੰਦੇ ਆ ਮਾਰੇ ਆਕੀ ਹੋ ਕੇ ਬੈਠੇ ਆ, ਅਜਿੱਤ ਸੂਰਮੇ ਹੋ ਕੇ ਬੈਠੇ ਆ। ਦੱਖਣ ਕੇ ਜਾਣ ਹੈ ਤੇ ਆਪੇ ਤਜਵਾਇਆ। ਇਹ ਫਿਰ ਮਹਾਰਾਜ ਸਾਹਿਬ ਜੀ ਨੇ ਦੱਖਣ ਨੂੰ ਜਾਣ ਵਾਸਤੇ ਆਪ ਗਰੀਬ ਨਵਾਜ ਸਾਹਿਬ ਜੀ ਨੇ ਇਹ ਕਿਲਾ ਛੱਡਿਆ ਹੈ। ਲਿਖਿਆ ਵਿਦਾਵਾ ਸਿੰਘਾਂ ਮਾਤਾ ਛੋਟੇ ਪੋਤਰੇ ਲੈ। ਫਿਰ ਕੁਝ ਸਿੰਘਾਂ ਜਿਹੜੇ ਡੋਲ ਗਏ। ਸਤਿਗੁਰੂ ਕਹਿਣ ਲੱਗੇ ਵੀ ਜੇ ਤੁਸੀਂ ਨਹੀਂ ਬਚਨ ਮੰਨਦੇ, ਜਾਣਾ ਚਾਹੁੰਦੇ ਹੋ, ਤੇ ਲਿਖ ਕੇ ਦਿਓ, ਫਿਰ ਬਦਾਵਾ ਦੇ ਜਾਓ ਵੀ ਅਸੀਂ ਤੁਹਾਡੇ ਸਿੱਖ ਨਹੀਂ। ਤੇ ਫਿਰ ਉਹਨਾਂ ਨੇ ਲਿਖ ਕੇ ਦਿੱਤਾ ਬਦਾਵਾ। ਉਹ ਬਦਾਵੇ ਦੀ ਚਿੱਠੀ ਮਹਾਰਾਜ ਸਾਹਿਬ ਜੀ ਨੇ ਆਪਣੇ ਪਾਸ ਸਾਂਭੀ। ਪਰ ਐਸਾ ਜ਼ਿਕਰ ਹੈ ਕਿ ਉਹ ਬਦਾਵਾ ਦੇਣ ਵਾਲੇ ਫਿਰ ਜਦੋਂ ਆਨੰਦਪੁਰ ਇੱਥੇ ਛੱਡਿਆ ਗਿਆ ਤੇ ਉਹਨਾਂ ਨੇ ਹਮਲਾ ਕੀਤਾ, ਉਹ ਸ਼ਹੀਦੀਆਂ ਪਾ ਗਏ ਇੱਥੇ। ਦੂਸਰੀ ਵਾਰੀ ਬਦਾਵਾ ਜਿਹੜਾ ਵਾ ਉਹ ਪੰਚਾਇਤ ਨੇ, ਜਿਹਦੇ ਵਿੱਚ ਮਾਝੇ ਦੀ ਪੰਚਾਇਤ, ਬਾਕੀ ਇਲਾਕੇ ਦੀ ਪੰਚਾਇਤ ਵੀ ਸੀ, ਉਹਨਾਂ ਨੇ ਰਾਮੇ ਵਾਲੇ ਮਾਲਵੇ ਦੇ ਇਲਾਕੇ ਰਾਮੇ ਵਾਲੇ ਪਿੰਡ ਦੇ ਵਿੱਚ ਜਾ ਕੇ ਦੂਸਰੀ ਵਾਰੀ ਬਦਾਵਾ ਉੱਥੇ ਲਿਖਿਆ ਤੇ ਪੜਵਾਇਆ, ਜਿਹੜਾ ਉਹ ਖਦਰਾਣੇ ਦੀ ਢਾਬ ਤੇ ਆ। ਸਿੰਘਾਂ ਦਾ ਬਦਾਵਾ ਫਿਰ ਖਦਰਾਣੇ ਦੀ ਢਾਬ ਤੇ ਮਹਾਰਾਜ ਨੇ ਪਾੜਿਆ ਤੇ ਖਦਰਾਣੇ ਦੀ ਢਾਬ ਨੂੰ ਸਿੰਘਾਂ ਦਾ ਸੰਸਕਾਰ ਕਰਕੇ ਆਪਣੇ ਹੱਥੀਂ 40 ਸਿੰਘਾਂ ਦਾ ਤੇ ਉਹਨੂੰ ਮੁਕਤਸਰ ਸਾਹਿਬ ਦਾ ਵਰਦਾਨ ਦਿੱਤਾ। ਤੋ ਉਹ ਸਿੰਘਾਂ ਨੇ ਜਿਨ੍ਹਾਂ ਬਦਾਵਾ ਦਿੱਤਾ ਉਹ ਤੁਰੇ। ਫਿਰ ਸਤਿਗੁਰੂ ਸਾਹਿਬ ਜੀ ਨੇ ਜਦੋਂ ਬੇਨਤੀਆਂ ਕੀਤੀਆਂ ਤੇ ਮਹਾਰਾਜ ਸਾਹਿਬ ਜੀ ਨੇ ਵੀ ਆਨੰਦਪੁਰ ਸਾਹਿਬ ਛੱਡਿਆ। ਪਰ ਗਰੀਬ ਨਵਾਜ ਕਹਿਣ ਲੱਗੇ ਵੀ ਹੁਣ ਇੱਥੇ ਸ਼ਹੀਦੀਆਂ ਪਾਉਣੀਆਂ ਪੈਣਗੀਆਂ। ਤੇ ਭਾਣੇ ਦੇ ਮਾਲਕ ਸਤਿਗੁਰੂ ਸਾਹਿਬ ਜੀ ਸਮੇਂ-ਸਮੇਂ ਨਾਲ ਸਿੱਖਾਂ ਦੀ ਪਰਖ ਕਰਦੇ। ਗੁਰਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ। ਇਹ ਵੀ ਤਾਂ ਪਰਖ ਦਾ ਵੇਲਾ ਹੀ ਸੀ ਨਾ। ਕਦੀ ਜਦੋਂ ਅੰਮ੍ਰਿਤ ਛਕਾਇਆ ਉਦੋਂ ਵੀ ਸਿੱਖਾਂ ਨੂੰ ਪਰਖਿਆ ਤੇ 5 ਨਿਤਰੇ ਸਨ ਜਿਨ੍ਹਾਂ ਨੇ ਸੀਸ ਭੇਟਾ ਕੀਤਾ। ਇੱਥੇ ਵੀ ਹੁਣ ਪਰਖਿਆ ਵਾ ਸਿੰਘਾਂ ਨੂੰ ਤੇ ਕੁਝ ਨੇ ਬਦਾਵਾ ਦੇ ਦਿੱਤਾ। ਪਰ ਬਦਾਵਾ ਦਿੱਤਾ 8 ਮਹੀਨਿਆਂ ਦੀ ਦੁੱਖ ਝੱਲਣ ਤੋਂ ਬਾਅਦ, ਭੁੱਖ ਦੇ ਦੁੱਖ ਤੋਂ, ਮੁਸੀਬਤ ਦੇ ਸਮੇਂ, ਤੇ ਸਮੇਂ ਨਾਲ ਫਿਰ ਪੜਵਾਇਆ ਵੀ ਸਿੰਘਾਂ ਨੇ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਮੁਕਤ ਵੀ ਕਰ ਦਿੱਤਾ। ਸਤਿਗੁਰੂ ਅਭੁੱਲ ਵਾ, ਕਿਸੇ ਦੇ ਭੁਲਾਏ ਹੋਏ ਭੁੱਲਦੇ ਨਹੀਂ।
ਲਿਖਿਆ ਵਿਧਾਵਾ ਸਿੰਘਾਂ ਮਾਤਾ ਛੋਟੇ ਪੋਤਰੇ ਲੈ। ਤੇ ਮਾਤਾ ਜੀ, ਧੰਨ ਮਾਤਾ ਗੁਜਰੀ ਜੀ, ਉਹਨਾਂ ਨੇ ਆਪਣੇ ਛੋਟੇ ਪੁੱਤਰੇ ਨਾਲ ਲੈ ਲਏ। ਰੱਥ ਚੜ ਚੱਲੀ ਗੁਰ ਭਾਣਾ ਇਮ ਭਾਇਆ। ਇੱਥੇ ਲਿਖਿਆ ਇਹਨਾਂ ਨੇ ਰੱਥ ਦਾ, ਆਮ ਖੱਚਰ ਦਾ ਜ਼ਿਕਰ ਆਉਂਦਾ ਵੀ ਖੱਚਰ ਦੇ ਉੱਤੇ ਮਾਤਾ ਜੀ ਚੜ੍ਹ ਕਰਕੇ ਸਾਹਿਬਜ਼ਾਦਿਆਂ ਨੂੰ ਚੜ੍ਹਾਇਆ ਤੇ ਨਾਲ ਤੁਰੇ। ਇਸ ਤਰ੍ਹਾਂ ਕਹਿੰਦੇ ਗੁਰੂ ਸਾਹਿਬ ਜੀ ਦਾ ਭਾਣਾ ਆਨੰਦਪੁਰ ਸਾਹਿਬ ਛੱਡਣ ਲੱਗੇ। ਸਿਦਕੀ ਜੋ ਸਿੰਘ ਰਹੇ ਆਗਿਆ ਗੁਰਦੇਵ ਜੀ ਕੀ। ਜੋ ਸਿਦਕੀ ਸਿੰਘ ਆ ਉਹ ਗੁਰੂ ਸਾਹਿਬ ਜੀ ਦੇ ਨਾਲ ਰਹੇ ਵੀ ਮਹਾਰਾਜ ਅਸੀਂ ਤੇ ਤੁਹਾਡੇ ਨਾਲ ਹੀ ਜਿਉਵਾਂਗੇ ਤੇ ਤੁਹਾਡੇ ਨਾਲ ਹੀ ਪ੍ਰਾਣ ਤਿਆਗਾਂਗੇ, ਜਿਹੋ ਜਿਹਾ ਮਰਜ਼ੀ ਸਮਾਂ ਜੇ ਅਸੀਂ ਤੁਹਾਡੇ ਨਾਲ ਹੀ ਰਵਾਂਗੇ। ਭਏ ਸਭ ਤਿਆਰ ਗੁਰ ਹੁਕਮ ਸੁਣਾਇਆ। ਜਿਨ੍ਹਾਂ ਨੇ ਸਿਦਕ ਰੱਖਿਆ ਉਹ ਗੁਰੂ ਜੀ ਦੇ ਨਾਲ, ਦੂਸਰੇ ਕੁਝ ਪਹਿਲਾਂ ਤੁਰ ਪਏ ਉੱਥੋਂ ਬਦਾਵਾ ਲਿਖ ਕੇ, ਪਰ ਉਹਨਾਂ ਨੇ ਵੀ ਸ਼ਹੀਦੀਆਂ ਉੱਥੇ ਪਾਈਆਂ। ਮਾਤ ਖਾਲਸੇ ਕੋ ਕਹਿਓ ਮਨ ਦਸ਼ਮੇਸ਼ ਚੱਲੇ। ਕਹਿੰਦੇ ਖਾਲਸੇ ਦਾ ਤੇ ਮਾਤਾ ਜੀ ਦੀ ਬੇਨਤੀ ਮੰਨ ਕੇ ਦਸ਼ਮੇਸ਼ ਜੀ ਆਨੰਦਪੁਰ ਸਾਹਿਬ ਛੱਡ ਕੇ ਤੁਰ ਪੈਣ ਲੱਗੇ। ਗੁਰੂ ਅਭੁੱਲ ਭੁੱਲੇ ਨਾ ਹੈ ਕਿਸੇ ਕੇ ਭੁਲਾਇਆ। ਅਭੁੱਲ ਸਤਿਗੁਰੂ ਜੀ ਕਿਸੇ ਦੇ ਭੁਲਾਏ ਹੋਏ ਭੁੱਲਦੇ ਨਹੀਂ। ਮਹਾਰਾਜ ਆਪਣੇ ਮੌਜ ਦੇ ਮਾਲਕ ਹਨ। ਵਾਰ ਪਰਿਵਾਰ ਸਾਰਾ ਧਰਮ ਬਚਾਵਣਾ ਹੈ। ਸਾਰਾ ਪਰਿਵਾਰ ਵਾਰ ਕੇ ਤੇ ਧਰਮ ਨੂੰ ਬਚਾਉਣਾ ਹੈ। ਕਰਾਮਾਤ ਵਰਤਣੀ ਨਹਿ ਸਤਿਗੁਰੂ ਭਾਇਆ। ਤੇ ਕਰਾਮਾਤ ਨਹੀਂ ਵਰਤਣੀ, ਇਹ ਵੀ ਸਤਿਗੁਰਾਂ ਦਾ ਭਾਣਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਨੂੰ ਚੰਗਾ ਲੱਗਾ। ਨਹੀਂ ਤੇ ਕਰਾਮਾਤ ਦੇ ਨਾਲ, ਆਪਣੇ ਫੁਰਨੇ ਮਾਤਰ ਦੇ ਨਾਲ ਹੀ ਸਾਰੇ ਤੁਰਕਾਨੇ ਨੂੰ ਸਵਾ ਦਿੰਦੇ, ਖਤਮ ਕਰ ਦਿੰਦੇ, ਸਾਰੇ ਜ਼ਾਲਮਾਂ ਨੂੰ ਸੋਧ ਦਿੰਦੇ, ਇੱਕ ਤੀਰ ਦੇ ਨਾਲ ਹੀ, ਭਾਵੇਂ ਇੱਕ ਬਚਨ ਦੇ ਨਾਲ ਹੀ। ਪਰ ਮਹਾਰਾਜ ਸਾਹਿਬ ਜੀ ਨੇ ਵਾਹਿਗੁਰੂ ਜੀ ਦਾ ਭਾਣਾ ਕਿਵੇਂ ਮੰਨਣਾ ਹੈ, ਭਾਣੇ ਵਿੱਚ ਕਿਵੇਂ, ਰਜਾ ਵਿੱਚ ਕਿਵੇਂ ਤੁਰਨਾ ਹੈ, ਦੁੱਖਾਂ ਤੇ ਸੁੱਖਾਂ ਦੇ ਵਿੱਚ ਕਰਤਾ ਪੁਰਖ ਦੀ ਬੰਦਗੀ ਕਿਵੇਂ ਕਰਨੀ ਹੈ, ਦੁੱਖ ਨੂੰ ਦਾਰੂ ਕਿਵੇਂ ਬਣਾਉਣਾ ਹੈ, ਕਿਵੇਂ ਦੁੱਖ ਦੇ ਵਿੱਚ ਵੀ ਵਾਹਿਗੁਰੂ ਜੀ ਦੇ ਸ਼ੁਕਰ ਵਿੱਚ ਚੱਲਣਾ ਹੈ, ਇਹ ਸਿਖਾਉਣ ਵਾਸਤੇ। ਨੌਵੇਂ ਗੁਰ ਥਾਨ ਆਏ ਕਰੀ ਅਰਦਾਸ ਪ੍ਰਭ। ਮਹਾਰਾਜ ਸਾਹਿਬ ਜੀ ਨੌਵੇਂ ਪਾਤਸ਼ਾਹ ਜੀ ਦੇ ਅਸਥਾਨ ਤੇ ਆਏ, ਜਿੱਥੇ ਪਾਵਨ ਸੀਸ ਜੀ ਦਾ ਸੰਸਕਾਰ ਕੀਤਾ ਸੀ, ਨੌਵੇਂ ਪਾਤਸ਼ਾਹ ਦੇ ਪਾਵਨ ਸੀਸ ਦਾ। ਉਸ ਥਾਂ ਤੇ ਆਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਅਰਦਾਸ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਪੰਜੇ ਪਿਆਰੇ ਨਾਲ। ਉਦੋਂ ਚਾਰੇ ਹੀ ਸਾਹਿਬਜ਼ਾਦੇ ਨਾਲ ਸੀ, ਮਾਤਾ ਜੀ ਵੀ ਨਾਲ, ਬਾਕੀ ਸਿੰਘ ਸਿਦਕੀ ਨਾਲ। ਆਨੰਦਪੁਰ ਰਾਜ ਤਜ ਚੱਲੇ ਸਮੁਦਾਇਆ। ਹੁਣ ਆਨੰਦਪੁਰ ਸਾਹਿਬ ਨਗਰ ਨੂੰ ਛੱਡ ਕਰਕੇ, ਆਨੰਦਪੁਰ ਸਾਹਿਬ ਦਾ ਰਾਜ ਭਾਗ ਛੱਡ ਕਰਕੇ, ਆਪਣੇ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਆਪਣੇ ਧਰਮ ਪਤਨੀਆਂ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਆਪਣੇ ਮਾਤਾ ਗੁਜਰ ਕੌਰ, ਸਾਰੇ ਪਰਿਵਾਰ ਤੇ ਨਾਲ ਦੇ ਪ੍ਰਾਣਾਂ ਤੋਂ ਪਿਆਰੇ ਸਿੰਘਾਂ ਦੇ ਸਮੇਤ ਆਨੰਦਪੁਰ ਸਾਹਿਬ ਛੱਡਣ ਦੀ ਅਰਦਾਸ ਕੀਤੀ ਉੱਥੇ ਮਹਾਰਾਜ ਕਿ ਵਾਹਿਗੁਰੂ ਆਪ ਜੀ ਦਾ ਭਾਣਾ ਤੇ ਅਸੀਂ ਹੁਣ ਖਾਲਸੇ ਦਾ ਵਚਨ ਮੰਨ ਕਰਕੇ ਤੇ ਆਨੰਦਪੁਰ ਸਾਹਿਬ ਛੱਡ ਕੇ ਜਾ ਰਹੇ ਹਾਂ। ਸੇਵਾ ਗੁਰਦੁਆਰੇ ਗੁਰ ਬਖਸ਼ ਟਿਕਾਏ ਦੀਆ। ਨਾਵੇਂ ਪਾਤਸ਼ਾਹੀ ਦੇ ਅਸਥਾਨ ਤੇ ਔਰ ਆਨੰਦਪੁਰ ਸਾਹਿਬ ਦੇ ਬਾਕੀ ਦੇ ਅਸਥਾਨਾਂ ਦੀ ਸੇਵਾ ਕਰਨ ਵਾਸਤੇ ਇੱਕ ਉਦਾਸੀ ਸਿੱਖ ਸੀ ਮਹਾਰਾਜ ਜੀ ਦਾ, ਭਾਈ ਗੁਰਬਖਸ਼ ਜੀ। ਉਸ ਨੂੰ ਮਹਾਰਾਜ ਸਾਹਿਬ ਜੀ ਨੇ ਇਹ ਸੇਵਾ ਦਿੱਤੀ ਵੀ ਇਹ ਨਾਵੇਂ ਪਾਤਸ਼ਾਹ ਪਿਤਾ ਜੀ ਦੇ ਪਾਵਨ ਸੀਸਗੰਜ ਸਾਹਿਬ ਜੀ ਦੇ ਅਸਥਾਨ ਤੇ ਤੂੰ ਇੱਥੇ ਰੋਜ਼ ਝਾੜੂ ਲਾਉਣਾ, ਇੱਥੇ ਘਿਓ ਦਾ ਦੀਵਾ ਬਾਲਣਾ ਔਰ ਇੱਥੇ ਅਸਥਾਨ ਦੀ ਸੇਵਾ ਕਰਨੀ, ਗੁਰਬਾਣੀ ਪੜ੍ਹਨੀ, ਅਰਦਾਸ ਬੇਨਤੀ ਕਰਨੀ। ਉਸਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਤੇ ਆਨੰਦਪੁਰ ਸਾਹਿਬ ਛੱਡ ਕੇ ਜਾ ਰਹੇ ਹੋ ਤੇ ਮੇਰਾ ਇੱਥੇ ਕੌਣ ਵਾਲੀ ਵਾਰਸ ਹੈ? ਜਦੋਂ ਤੁਸੀਂ ਜਾਓਗੇ ਬਾਅਦ ਵਿੱਚ ਇੱਥੇ ਤੁਰਕ ਵੀ ਚੜ੍ਹ ਕੇ ਆਉਣਗੇ, ਬਾਈ ਧਾਰ ਦੇ ਰਾਜੇ ਵੀ ਚੜ੍ਹ ਕੇ ਆਉਣਗੇ ਤੇ ਮਹਾਰਾਜ ਮੈਂ ਇਹ ਸੇਵਾ ਕਿਵੇਂ ਕਰਾਂਗਾ ਤੇ ਮੇਰਾ ਗੁਜ਼ਾਰਾ ਇੱਥੇ ਕਿਵੇਂ ਚੱਲੇਗਾ ਤੇ ਮੇਰੀ ਰੱਖਿਆ ਇੱਥੇ ਕਿਵੇਂ ਹੋਵੇਗੀ?
सतगुਰਾਂ ने बचन किया, भाई गुरबख्श तेरी रखिया इत्थे होवेगी, तैनूं तत्ती वाह नहीं लगेगी। समय दे नाल इत्थे आनंदपुर साहिब दे विच रौनकां लग जाणगीਆਂ थोड़े चिर बाद ही, और इत्थे तैनूं कोई घाट नहीं आवेगी। इत्थे अतुੱਟ लंगर ਚੱਲਣਗੇ, अतुੱਟ लंगर। ये वचन कीते आनंदपुर साहिब छड्डण तो पहलां भाई गुरबख्श जी दे नाल, जिन्हां नूं ये सेवा दित्ती। सेवा गुरद्वारे गुरबख्श टिकाए दिया, अन्न हो अतुੱਟ सदा लंगर चलाया। हुण आनंदपुर साहिब छड्डण तो पहलां महाराज ने अपने पास की सांभिया? राजियां लिखत लई औरंगे दी सुगंध सांभे। जो राजियां ने लिखत भेजी सी ना, लिख के कसम खाधी सी, औरंगजेब ने जिहड़ी सुगंध खाधी सी वो सारी लिखत सांभी। सिखां दा बिदावा गुर जेब विच पावदे। जिन्हां सिखां ने बिदावा भी लिख के दिता वो भी जेब विच सांभ के पा लिया। औरंगजेब दी कसम भी चिट्ठी, राजे 22 धारियां दी जिहड़ी कसम दी चिट्ठी वो भी सांभ लई, ते सिखां दा जिहड़ा बिदावा वो भी जेब च पा लिया। कर कमर कसा निर्मोह गुरदेव रहे। ते कमर कसा कीता है ते मोह कोई नहीं, निर्मोह सतगुरु जी निर्मोह हन, मोह तो रहत। दोए महल डोले नाल मणि सिंह जामदे। महाराज जी दे दोवें धर्म पत्नियां, माता सहब कौर जी, माता सुंदर कौर जी, वो डोले दे विच भाई मणि सिंह साहब जी की सेवा लाई मातावां दे नाल, ते भाई मणि सिंह जी दे नाल कुछ होर सिंह हन, उन्हां दे नाल मातावां चलियां। 700 सवार सिंह दोवें वड्डे साहिबजादे। जिस वेले महाराज साहब जी आनंदपुर साहब छड्डिया ते 700 असवार हन नाल, दोवें वड्डे साहिबजादे हन। सतगुर नीले असवार होए जामदे। तां नीले घोड़े ते महाराज साहब जी सवार हो जामदे हन। सवा पैर रात रहे 1761। सवा पैर रात रहिंदी है ते 1761 बिक्रमी संमत है ते 1704 ईस्वी सन है। पंज पो श्री आनंदपुर को तजामदे। इस लिखत दे विच पंज पोह दा जिक्र आया है। आम जो श्री आनंदपुर साहिब हर साल ये दिहाड़ा मनाया जाता है, तो 6 पोह की रात नूं मनाया जाता भी 6 पोह की रात नूं महाराज साहब जी ने आनंदपुर साहिब छड्डिया। तो उस दिन फिर अगला 7 पोह का दिन है, तो उस दिन फिर महाराज साहब जी जिवें सरसा के कंढे के उत्ते गरीब नवाज साहब जी ने कीर्तन किया, दीवान भी उत्थे सजे। तो इस तरह जिहड़ी ये कहरां दी ठंड है, पोह दी रात है, तो सतगुरु सच्चे पातशाह ये 6 पोह नूं, क्योंकि पहला आनंदगढ़ के किले तो सीस गंज साहब आउणा और उत्थे आके अरदास बेनती करनी, ते फिर आनंदपुर साहिब तो बाहर आउणा। ये 6 पोह नूं महाराज साहब जी श्री आनंदपुर साहिब छड्डदे हन। और उस वेले मीह पै रहा सी, ठंडी कहरां दी हवा वग रही सी, अगले पासे सरसा दरिया चढ़िया होया ते बूंदाबांदी हो रही सी, ते महाराज साहब जी आनंदपुर साहिब छड्ड रहे आ। बदलों विच बिजली लिशक रही है और बहुत चमका मारदी है बिजली, ते सतगुरु साहब जी सिंघां दे समेत मीह पैंदे दे विच अद्धी रात वेले आनंदपुर साहब छड्डदे हन। गुरु जी दे पावनी इतिहास दी विचार साझी करदिआं होईआं भुल्लां चुक्कां दी सतगुरु जी गुरसंगत जी खिमा देनी। इस तों अगला इतिहास आपां अगले प्रसंग विच विचारांगे। वाहिगुरू जी का खालसा, वाहिगुरू जी की फतेह।
ਵਾਹਿ